ਇਸੇ ਦਰਮਿਆਨ ਬਹੁਤ ਸਾਰੇ ਜਿਹੜੇ ਟਰੱਕਰਸ ਆ ਡੀਜ਼ਲ ਪ੍ਰਾਈਸਿਸ ਨੂੰ ਲੈ ਕੇ ਇਹ ਚੇਤਾਵਨੀ ਕਹਿ ਲਓ ਜਾਂ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਆ। ਉਹ ਕਹਿ ਰਿਹਾ ਵੀ ਦੇ ਆਰ ਗੋਇੰਗ ਟੂ ਹੈਵ ਅ ਲੋਟ ਆਫ ਬੈਂਕਰਪਸੀਜ਼। ਜਿਹੜੇ ਆਪਾਂ ਦੇਖ ਰਹੇ ਆ ਵੀ ਆਲਰੇਡੀ ਬਹੁਤ ਹੀ ਛੋਟੇ ਮਾਰਜਨ ਦੇ ਉੱਤੇ ਪ੍ਰਾਈਸ ਲੋਡ ਦਾ ਪ੍ਰਾਈਸ ਚੱਕ ਕੇ ਚੱਲਦੇ ਆ। ਡੀਜ਼ਲ ਦੇ ਪ੍ਰਾਈਸ ਵਧਣ ਦੇ ਨਾਲ ਫਿਊਲ ਸਰਚਾਰਜ ਉਹਨਾਂ ਨੇ ਕੰਟਰੈਕਟ ਦੇ ਵਿੱਚ ਐਡ ਨਹੀਂ ਕੀਤਾ ਹੋਇਆ। ਉਹਨਾਂ ਦਾ ਪ੍ਰਾਈਸ ਆਲਰੇਡੀ ਉਹ ਜਿਹੜਾ ਮੁਨਾਫਾ ਮਾੜਾ ਮੋਟਾ ਸੀਗਾ ਉਹ ਵੀ ਜਿਹੜਾ ਹੁਣ ਨਿਕਲ ਜਾਣਾ ਤੇ ਫਿਰ ਚਲਾਊਗਾ ਕੀ ਤੇ ਕਰੂਗਾ ਕੀ। ਸੋ ਇਹ ਡੈਫੀਨੇਟਲੀ ਇੱਕ ਖਤਰਾ ਜਿਹੜਾ ਉਹ ਬਣਿਆ। ਜੀ ਬਿਲਕੁਲ ਰਾਜਕੁਮਾਰ ਹਮੇਸ਼ਾ ਤੋਂ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਮਾਹੌਲ ਜਿਹੜਾ ਹੈਗਾ ਆ ਉਹ ਜਿੰਨੀ ਦੇਰ ਤੱਕ ਤੁਹਾਨੂੰ ਆਪਣਾ ਕਾਸਟ ਨਹੀਂ ਪਤਾ ਹੈਗੀ, ਜੇ ਤੁਸੀਂ ਆਪਣੀ ਕਾਸਟ ਨਹੀਂ ਕੰਟਰੋਲ 'ਚ ਰੱਖ ਸਕਦੇ, ਫਿਰ ਤੁਹਾਡਾ ਜਿਹੜਾ ਪ੍ਰੋਫਿਟ ਮਾਰਜਨ ਹੈਗਾ ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਪ੍ਰੋਫਿਟ ਮਾਰਜਨ ਹੈ ਕਿ ਜਸਟ ਪੇਰੋਲ ਹੀ ਤੁਹਾਡਾ ਬਣਿਆ ਜਾਂ ਤਨਖਾਹ ਹੀ ਇਕੱਲੀ ਬਚੀ ਹੈ। ਸੋ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿਸ ਤਰ੍ਹਾਂ ਜਿਹੜੀ ਆ ਇਸ ਵੇਲੇ ਇਸ ਇੰਡਸਟਰੀ ਦੇ ਵਿੱਚ ਕਿੱਦਾਂ ਤੁਸੀਂ ਬਿਹੇਵ ਕਰਨੇ ਆ, ਕਿੱਦਾਂ ਤੁਸੀਂ ਰਿਐਕਟ ਕਰਨੇ ਆ। ਅਜੇ ਵੀ ਜਿਹੜੀਆਂ ਇਕਵਿਪਮੈਂਟ ਪ੍ਰਾਈਸਿਸ ਹੈਗੀਆਂ ਉਹ ਅਜੇ ਵੀ ਕਾਫੀ ਸਟੱਡੀ ਚੱਲਦੀਆਂ ਹੈਗੀਆਂ। ਅਜੇ ਵੀ ਇਕਵਿਪਮੈਂਟ ਦੀਆਂ ਪ੍ਰਾਈਸਿਸ ਥੱਲੇ ਨਹੀਂ ਆ ਰਹੀਆਂ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਨੰਬਰਸ ਹੈਗੇ ਆ ਉਹ ਵਰਕ ਕਰਨੇ ਜ਼ਰੂਰੀ ਹੈਗੇ ਆ। ਜੇ ਤੁਹਾਡੇ ਨੰਬਰਸ ਵਰਕ ਨਹੀਂ ਕਰਦੇ ਹੈਗੇ then there is no benefit, ਹੈ ਨਾ। ਤੇ ਮੈਨੂੰ ਕੱਲ ਵੀ ਕਿਸੇ ਦੀ ਕਾਲ ਆਈ ਸੀ ਰਾਜਕੁਮਾਰ, ਤੇ ਉਹ ਗੱਲ ਕਹਿ ਰਹੇ ਸੀਗੇ ਕਿ ਸਾਨੂੰ ਟਰੱਕਾਂ ਦੇ ਨਾਲ ਬਹੁਤ ਪਿਆਰ ਆ ਮੈਨੂੰ, ਇਸ ਕਰਕੇ ਮੈਂ ਲਾਇਸੈਂਸ ਲੈਣਾ ਚਾਹੁੰਦਾ ਪਰ ਮੈਨੂੰ ਇੰਗਲਿਸ਼ ਨਹੀਂ ਆਉਂਦੀ। ਤੇ ਫਿਰ ਮੈਂ ਉਹਨਾਂ ਨੂੰ ਇਹੋ ਹੀ ਕਿਹਾ ਸੀਗਾ ਕਿ ਵੀ ਜੀ ਵੀ ਤੁਸੀਂ ਹੋਰ ਕੋਈ ਕਿੱਤਾ ਦੇਖ ਸਕਦੇ ਆ, ਹੋਰ ਕੁਛ ਨਾ ਕੁਛ ਕਰ ਸਕਦੇ ਹੈਗੇ, ਕਿਉਂਕਿ ਅੱਜ ਦਾ ਤੁਸੀਂ ਟੈਸਟ ਹੋ ਸਕਦਾ ਕਹਿੰਦੇ ਵੀ ਸਾਡੇ ਲਾਗੇ ਹੈਗੇ ਆ ਉਹ ਉਹਨਾਂ ਨੂੰ ਤਾਂ ਮੇਰੇ ਤੋਂ ਵੀ ਘੱਟ ਇੰਗਲਿਸ਼ ਆਉਂਦੀ ਆ ਤਾਂ ਉਹ ਲਾਇਸੈਂਸ ਲੈ ਆਏ। ਮੈਂ ਕਿਹਾ ਭਾਜੀ ਉਹ ਲੈ ਆਏ ਜ਼ਰੂਰ, ਪਰ ਦੇਖੋ ਰੋਡ 'ਤੇ ਬਹੁਤ ਜ਼ਿਆਦਾ ਤੰਗ ਹੋਣਗੇ ਬਾਹਰ ਜਾ ਕੇ, ਡੌਕ 'ਤੇ ਤੰਗ ਹੋਣਾ, ਰੋਡ 'ਤੇ ਡਾਇਰੈਕਸ਼ਨਾਂ ਨਹੀਂ ਪੜ੍ਹੀਆਂ ਜਾਣੀਆਂ, ਬਹੁਤ ਪ੍ਰੋਬਲਮ ਆ ਜਾਂਦੀ ਆ। ਤੇ ਸੋ ਇੱਦਾਂ ਦੀ ਚੀਜ਼ ਹੈ, ਜੇ ਤੁਸੀਂ ਇੰਡਸਟਰੀ ਦੇ ਕਾਬਲ ਹੈਗੇ ਆ ਜੀ ਸਦਕੇ ਜੀ ਆਇਆਂ ਨੂੰ ਜ਼ਰੂਰ ਆਓ। ਜੇ ਤੁਹਾਨੂੰ ਲੱਗਦਾ ਆ ਕਿ ਮੈਂ ਇਸ ਕਰਕੇ ਆ ਰਿਹਾ ਕਿਉਂਕਿ ਮੇਰਾ ਗੁਆਂਢੀ ਨੇ ਕੰਮ ਕੀਤਾ, ਜਾਂ ਇਸ ਕਰਕੇ ਮੈਂ ਟਰੱਕ ਲੈ ਰਿਹਾ ਕਿਉਂਕਿ ਮੇਰੇ ਦੋਸਤ ਨੇ ਲਿਆ ਹੈਗਾ, ਜਾਂ ਮਾਸੀ ਦੇ ਮੁੰਡੇ ਨੇ ਲਿਆ, ਚਾਚੇ ਦੇ ਮੁੰਡੇ ਨੇ ਲਿਆ, ਫਿਰ ਇਹ ਗਲਤੀ ਨਾ ਕਰਿਓ। ਕਿਉਂਕਿ ਇਹ ਇੰਡਸਟਰੀ ਜਿਹੜੀ ਬੜੀ ਬੇਰਹਿਮ ਇੰਡਸਟਰੀ ਆ, ਇਹ ਜਿੰਨਾ ਪੈਸਾ ਦਿੰਦੀ ਆ ਨਾ ਇਹ ਉਨਾ ਜਦੋਂ ਲੈ ਕੇ ਜਾਂਦੀ ਆ ਫਿਰ ਇਹ ਸਾਰਾ ਕੁਛ ਲੈ ਜਾਂਦੀ ਹੈ। ਸੋ ਇਸ ਇੰਡਸਟਰੀ ਦੇ ਵਿੱਚ ਇਹ ਧਿਆਨ ਨਾਲ ਆਓ, ਧਿਆਨ ਦੇ ਨਾਲ ਚਲੋ। ਜੀ ਬਿਲਕੁਲ। ਉਧਰ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ, ਉਹਨਾਂ ਨੇ 2023 ਦਾ ਬਜਟ ਅਨਾਉਂਸ ਕੀਤਾ ਆ। ਇਸ ਦੇ ਵਿੱਚ $142 ਬਿਲੀਅਨ ਦਾ ਖਰਚਾ ਜਿਹੜਾ ਇਹਨਾਂ ਨੇ ਕਰਨਾ ਹੈ। ਇਨਫਰਾਸਟ੍ਰਕਚਰ ਬਿੱਲ ਵੀ ਜਿਹੜਾ ਆਪਾਂ ਨੂੰ ਪਤਾ ਵੀ ਪਾਸ ਹੋਇਆ ਆ। ਸੜਕਾਂ ਦੇ ਉੱਤੇ, ਪੁਲਾਂ ਦੇ ਉੱਤੇ, ਏਅਰਪੋਰਟਸ ਤੇ, ਬੰਦਰਗਾਹਾਂ ਤੇ, ਇਲੈਕਟ੍ਰਿਕ ਵਹੀਕਲ ਚਾਰਜਰਸ ਦੇ ਉੱਤੇ, ਟਨਲਸ, ਹਰ ਇੱਕ ਚੀਜ਼ ਦੇ ਉੱਤੇ ਕਹਿੰਦੇ ਆ ਵੀ ਖਰਚਾ ਜਿਹੜਾ ਉਹ ਕਰਨ ਜਾ ਰਹੇ ਆ। ਇਸ ਦੇ ਨਾਲ ਨਾਲ ਕਹਿੰਦੇ ਆ ਵੀ ਉਹ ਵਿਸ਼ੇਸ਼ ਤੌਰ ਦੇ ਉੱਤੇ ਮਿਲੀਅਨਸ ਆਫ ਡਾਲਰ ਖਰਚਣੇ ਆ ਸਪਲਾਈ ਚੇਨ ਦੇ ਜਿਹੜੇ ਇਸ਼ੂ ਆ ਉਸ ਨੂੰ ਲੈ ਕੇ। ਸੋ FMCSA ਦੇ ਜਿਹੜੇ ਐਕਟਿੰਗ ਐਡਮਿਨਿਸਟ੍ਰੇਟਰ ਰੋਬਿਨ ਹਚਿਨਸਨ ਆ, ਉਹਨਾਂ ਨੇ ਕਿਹਾ ਵੀ ਬਜਟ ਦਾ ਫੋਕਸ ਟਰੱਕਿੰਗ ਤੇ ਸਪਲਾਈ ਚੇਨ ਦੇ ਉੱਤੇ ਕਾਫੀ ਜਿਹੜਾ ਆ ਉਹ ਰਹਿਣ ਵਾਲਾ ਹੈਗਾ ਆ। ਕੀ ਆਪਾਂ ਨੂੰ ਲੱਗਦਾ ਆ ਵੀ ਇਸ ਬਜਟ ਦਾ ਜਿਹੜਾ ਹਿੱਸਾ ਆ ਉਹ ਕਿਸ ਤਰੀਕੇ ਦੇ ਨਾਲ ਇਸ ਸਪਲਾਈ ਚੇਨ ਜਾਂ ਟਰੱਕਿੰਗ ਦੇ ਉੱਤੇ ਵਰਤਿਆ ਜਾ ਸਕਦਾ? ਕੀ ਨੇ ਜ਼ਿਆਦੀਆਂ ਮੰਗਾਂ ਇਸ ਟਾਈਮ ਟਰੱਕਰਸ ਦੀਆਂ ਵੀ ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਕਹਿ ਰਿਹਾ ਵੀ ਭਾਈ ਆਹ ਚੀਜ਼ਾਂ ਠੀਕ ਕਰਨ ਵਾਲੀਆਂ? ਸੋ ਸਾਰਿਆਂ ਨਾਲੋਂ ਜਿਹੜਾ ਇਸ ਵੇਲੇ ਹੁਣੇ ਟਰੱਕ ਸ਼ੋਅ ਹੋ ਕੇ ਹਟਿਆ ਕੰਟਕੀ ਦੇ ਵਿੱਚ, ਉਹਦੇ ਵਿੱਚ ਮੈਜੋਰਟੀ ਜਿਹੜੀ ਮੰਗ ਸੀਗੀ, ਜਿਹੜੀ ਸਾਰਿਆਂ ਨਾਲੋਂ ਵੱਡੀ ਮੰਗ ਸੀ ਉਹ ਸੀ ਪਾਰਕਿੰਗ ਦੀ, ਕਿ ਪਾਰਕਿੰਗ ਦਾ ਇਸ਼ੂ ਜਿਹੜਾ ਹੈਗਾ ਆ ਉਹ ਸੋਲਵ ਕੀਤਾ ਜਾਵੇ। ਕਿਉਂਕਿ ਇਸ ਵੇਲੇ ਟਰੱਕਰ ਨੂੰ ਜਿਹੜਾ ਹੈਗਾ ਉਹ ਠੀਕ ਹੈ ਸਾਰਾ ਦਿਨ ਕੰਮ ਕਰਦਾ ਹੈਗਾ, ਹਰ ਚੀਜ਼ ਕਰਦੇ ਆ, ਪਰ ਲੇਕਿਨ ਜਿਹਦੇ ਉਹਨੇ 10 ਘੰਟੇ ਦੀ ਸਲੀਪ ਲੈਣੀ ਹੈਗੀ ਆ ਉੱਥੇ ਉਹਨੂੰ ਪਾਰਕਿੰਗ ਨਹੀਂ ਮਿਲਦੀ। ਸੋ ਇਸ ਵੇਲੇ ਅਸੀਂ ਪੂਰੀ ਕੋਸ਼ਿਸ਼ ਹੈਗੀ ਆ ਕਿ ਜਿਹੜਾ ਵਾਈਟ ਹਾਊਸ ਜਾਂ ਆਪਣੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਮਿਲ ਕੇ ਇਸ ਚੀਜ਼ ਵੱਲ ਧਿਆਨ ਖਿੱਚਿਆ ਜਾਵੇ ਕਿ ਇੱਥੇ ਜਿਹੜੀ ਪਾਰਕਿੰਗ ਹੈਗੀ ਆ ਉਹਨੂੰ ਸਾਨੂੰ ਸਫੀਸ਼ੀਐਂਟ ਬਣਾਉਣਾ ਚਾਹੀਦਾ। ਜੇ ਆਪਾਂ ਰਾਜਕੁਮਾਰ ਦੇਖੋ ਹੁਣ ਜੇ ਆਪਾਂ 99 ਤੇ ਹੀ ਆ, ਆਪਾਂ ਬੇਕਰਸਫੀਲਡ ਤੋਂ ਚੱਲੀਏ ਤੇ ਆਪਾਂ ਮਤਲਬ ਕਿ ਸੈਕਰਾਮੈਂਟੋ ਤੱਕ ਚੱਲੀਏ ਤੇ ਆਪਾਂ ਨੂੰ ਸਿਰਫ 2 ਰੈਸਟ ਏਰੀਆਜ਼ ਆਉਂਦੇ ਆ, ਠੀਕ ਹੈ ਨਾ।
ਪਰ ਟਰੱਕਾਂ ਦੀ ਬਹੁਤਾਤ ਇੰਨੀ ਜ਼ਿਆਦਾ ਆ, ਮਾਤਰਾ ਇੰਨੀ ਜ਼ਿਆਦਾ ਆ ਕਿ ਉਹਦੇ ਵਿੱਚ ਤੁਹਾਡੀ ਪਾਰਕਿੰਗ ਲੱਭਣੀ ਜਿਹੜੀ ਇਸ਼ੂ ਹੋ ਜਾਂਦਾ। ਔਰ ਇਹ ਇੱਕ ਹੈਗਾ, ਇੱਕ ਫ੍ਰੀਵੇ ਦੀ ਗੱਲ ਕਰਦੇ ਹਾਂ ਆਪਾਂ। ਹੁਣ ਤੁਸੀਂ ਬਾਹਰ ਚਲੇ ਜਾਂਦੇ ਆ ਤੇ ਬਾਹਰ ਜਿੱਥੇ ਜਿੱਥੇ ਮੇਰੇ ਕਹਿਣ ਦਾ ਮਤਲਬ ਕਿ ਜਿੱਥੇ ਜਿੱਥੇ ਵੀ ਵੱਡੇ ਡਿਸਟ੍ਰੀਬਿਊਸ਼ਨ ਸੈਂਟਰ ਬਣਦੇ ਹੈਗੇ ਆ, ਜੇ ਉਹਨਾਂ ਦੀ ਪਲੈਨਿੰਗ ਹੁੰਦੀ ਆ ਤੇ ਉਹਨਾਂ ਦੇ ਆਲੇ ਦੁਆਲੇ ਜਿਹੜੀ ਆ ਸੇਫ ਪਾਰਕਿੰਗ ਦੀ ਪਲੈਨਿੰਗ ਜਿਹੜੀ ਆ ਉਹ ਨਾਲ ਹੋਣੀ ਚਾਹੀਦੀ ਆ। ਕਿਉਂਕਿ ਪਾਰਕਿੰਗ ਦਾ ਇਸ਼ੂ ਜਿਹੜਾ ਆ ਉਹ ਬਹੁਤ ਵੱਡਾ ਇਸ਼ੂ ਆ। ਔਰ ਜਦੋਂ ਬੰਦਾ ਪਹਿਲਾਂ ਤਾਂ ਪੇਪਰ ਲੌਗਬੁੱਕ ਹੁੰਦੀ ਸੀ ਤੇ ਬੰਦਾ ਸ਼ਾਮ ਨੂੰ ਅਸੀਂ ਨੋਰਮਲ, ਮੈਂ ਆਪਣੀ ਵੀ ਗੱਲ ਕਰਦਾ, ਜਦੋਂ ਅਸੀਂ ਟਰੱਕ ਚਲਾਉਂਦੇ ਸੀਗੇ, ਸੋ ਨੋਰਮਲੀ ਬੰਦਾ ਘੰਟਾ 2 ਘੰਟੇ ਐਕਸਟਰਾ ਟਰੱਕ ਚਲਾ ਹੀ ਜਾਂਦਾ ਆ ਸ਼ਾਮ ਨੂੰ ਧੱਕੇ ਦੇ ਨਾਲ ਹੀ, ਕਿਉਂਕਿ ਪਾਰਕਿੰਗ ਨਹੀਂ ਮਿਲਦੀ। ਇਸ ਟਰੱਕ ਸਟਾਪ ਤੇ ਗਿਆ, ਪਾਰਕਿੰਗ ਨਹੀਂ ਮਿਲੀ, ਅਗਲੇ ਤੇ ਗਿਆ, ਪਾਰਕਿੰਗ ਨਹੀਂ ਮਿਲੀ, ਫਿਰ ਪਾਰਕਿੰਗ ਨਹੀਂ ਮਿਲੀ। ਉਹ ਕਰਦੇ ਕਰਦੇ ਤੁਸੀਂ ਘੰਟਾ 2 ਘੰਟੇ ਤੁਸੀਂ ਈਜ਼ੀ ਉੱਪਰ ਚਲੇ ਜਾਂਦੇ ਆ ਆਪਣੇ ਆਵਰਸ ਦੇ। ਪਰ ਹੁਣ ਤਾਂ ਇਲੈਕਟ੍ਰੋਨਿਕ ਲੌਗ ਬੁੱਕ ਆ, ਇੱਕ ਸਾਈਡ ਤੇ ਤੁਸੀਂ ਕਹਿੰਦੇ ਆ ਵੀ ਅਸੀਂ ਇਲੈਕਟ੍ਰੋਨਿਕ ਲੌਗ ਬੁੱਕ ਮਤਲਬ ਕਿ ਇਨਫੋਰਸ ਕਰ ਰਹੇ ਆ, ਤੇ ਦੂਜੇ ਬੰਦੇ ਜਿਹੜੀ ਪਾਰਕਿੰਗ ਆ ਉਹਦਾ ਇਸ਼ੂ ਜਿਹੜਾ ਆ ਉਹ ਐਡਾ ਹੈਗਾ ਕਿ ਸੋਲਵ ਨਹੀਂ ਕਰਦੇ। ਪਾਰਕਿੰਗ ਨਹੀਂ ਮਿਲੇ। ਔਰ ਬੜੀ ਹੈਰਾਨੀ ਵਾਲੀ ਗੱਲ ਹੈ ਰਾਜਕਰਨ, ਕਈ ਤਾਂ ਸ਼ਹਿਰ ਜਿਹੜੇ ਆ ਉਹ ਪਰਟੀਕੁਲਰਲੀ ਕਮਰਸ਼ੀਅਲ ਟਰੱਕਸ ਨੂੰ ਜਿਹੜੇ ਆਪਣੇ ਸ਼ਹਿਰਾਂ ਦੇ ਵਿੱਚ ਪਾਰਕ ਕਰਨ ਤੋਂ ਰੋਕ ਰਹੇ ਆ। ਸੋ ਮੈਨੂੰ ਨਹੀਂ ਇਹ ਸਮਝ ਆਉਂਦੀ ਵੀ ਇਹ ਮਤਲਬ ਕਿ ਕਿਸ ਤਰ੍ਹਾਂ ਤੁਸੀਂ ਇੱਕ ਬੰਦੇ ਤਾਂ ਉਹਨਾਂ ਨੂੰ ਰੋਕ ਰਹੇ ਆ ਤੇ ਦੂਜੇ ਬੰਦੇ ਤੁਸੀਂ ਕਹਿੰਦੇ ਆ ਵੀ ਇਹ ਸਾਡੇ ਨਾਲ ਜਿਹੜਾ ਆ ਸਾਡੇ ਗਰੋਸਰੀ ਵੀ ਲੈ ਕੇ ਆਉਣ, ਸਾਡੇ ਡਿਲੀਵਰੀ ਵੀ ਕਰਨ।